ਪੁਰਾਤਨ ਵਿਭਾਗ ਵਾਲੇ ਆਏ ਵੀ ਨੇ ਸਾਡੇ ਕੋਲ ਤੇ ਪਰ ਉਹਨਾਂ ਨੇ ਵੀ ਕੁਝ ਨਹੀਂ ਇੱਥੇ ਇੱਕ ਵਾਰ ਐਸਟੀਮੇਟ ਜਿਹਾ ਲਾ ਕੇ ਚਲੇ ਗਏ। ਉਹ ਤੋਂ ਬਾਅਦ ਨਹੀਂ ਆਏ, ਸਾਲ ਪਹਿਲਾਂ ਦੀ ਗੱਲ। ਮੁੜ ਕੇ ਕਿਸੇ ਨੇ ਡਿਵੈਲਪਮੈਂਟ ਵੱਲ ਧਿਆਨ ਨਹੀਂ ਦਿੱਤਾ ਹੈਗਾ। ਸਾਰਾ ਕੁਝ ਖੰਡਰ ਹੋਇਆ ਪਿਆ ਇੱਥੇ, ਸਰਕਾਰਾਂ ਦਾ ਕੋਈ ਧਿਆਨ ਨਹੀਂ ਇੱਧਰ ਨੂੰ। ਅਸੀਂ ਤਾਂ ਇਹੀ ਕਹਿੰਦੇ ਹਾਂ ਵੀ ਰਿਪੇਅਰ ਹੋਣੀ ਚਾਹੀਦੀ ਹੈ। ਇਹਨਾਂ ਵਾਸਤੇ ਪੈਸਾ ਰਿਪੇਅਰ ਨੂੰ ਜਿੰਨਾ ਕੁ ਹੋ ਸਕਦਾ ਉਨਾ ਮਿਲਣਾ ਚਾਹੀਦਾ ਹੈ। ਵਿਜ਼ਨ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਰਣਜੋਤ ਸਿੰਘ ਵੱਲੋਂ ਸਵਾਗਤ ਹੈ। ਵਿਜ਼ਨ ਪੰਜਾਬ ਦੀ ਟੀਮ ਪਹੁੰਚੀ ਆ ਪਿੰਡ ਰਾਏਪੁਰ ਮਾਜਰੀ ਦੀ ਗੁਰੂ ਨਾਨਕ ਸਰ ਕਲੋਨੀ ਵਿਖੇ। ਪੰਜਾਬ ਦੇ ਬਹੁਤ ਸਾਰੇ ਐਸੇ ਪਿੰਡ ਨੇ ਜਿੱਥੇ ਬਹੁਤ ਸਾਰੇ ਮੰਤਰੀ ਨਹੀਂ ਪਹੁੰਚ ਸਕਦੇ, ਪਰ ਇਹ ਕਲੋਨੀ ਇੱਕ ਇੱਦਾਂ ਦੀ ਕਲੋਨੀ ਆ ਜਿੱਥੇ ਗਵਰਨਰ, ਮੁੱਖ ਮੰਤਰੀ ਤੇ ਪ੍ਰਧਾਨ ਮੰਤਰੀ ਤੱਕ ਵੀ ਇੱਥੇ ਪਹੁੰਚੇ ਨੇ। ਕਾਰਨ ਕੀ ਸੀ? ਇਸ ਪਿੰਡ ਨੂੰ ਇੱਦਾਂ ਦੀਆਂ ਇਸ ਪਿੰਡ ਦੇ ਵਿੱਚ ਇੱਕ सूबेदार नगिंदर सिंह होरी होए ने, जिन्हां दे यत्नां सदका इत्थे हॉस्पिटल, रेस्ट हाउस, पशुओं का हॉस्पिटल, स्कूल, सहकारी बैंक ते होर सारियां जिहड़ियां सहूलतां ने उन्हां ने उपलब्ध कराईयां ने, जिन्हों देखण वास्ते देश के पहले प्रधानमंत्री पंडित जवाहर लाल नेहरू पहुंचे तो उन्होंने निशानी वजों एक अपने गेट का नींह पत्थर रखा, जिहदे अज सिर्फ थंभले ही खड़े ने, क्योंकि सरकारों की बेरुखी कारण जी डिस्पेंसरी है वह भी खंडर हो चुकी है। जो मुख्यमंत्री प्रताप सिंह कैरों वालों बनाया गया रेस्ट हाउस सीगा वह भी खंडर हो चुकिया। उन्होंने मैं कैमरामैन नूं कहूँगा भी वो सारियां जिहड़ियां हैगियां तस्वीरां दिखाउण ते साडे नाल जिहड़े सूबेदार नगिंदर सिंह हैगे सी, जिन्हां दीयां यत्नां सदका ये सारा ही सुख सहूलतां उस समय जिहड़ियां लोकां नूं प्रोवाइड होईयां। उन्हां दे जिहड़े पोतरे है कुलदीप सिंह, उन्हां नाल असीं गलबात करांगे। कुलदीप सिंह जी तुहाडा बहुत बहुत स्वागत है जी विजन पंजाब टीवी। धन्यवाद जी, तुहाडा बहुत बहुत। ये दस्सिओ भी तुहाडे दादा जी ने इत्थे की कुछ कीता, जिहड़ी गुरु नानक सर कलोनी सीगी, किहड़ियां सुख सहूलतां लिआंदियां इत्थे जी? सहूलतां तां फौज च सीगे, पहला फौज च इत्थे आके जद ना देखिया भी इत्थे कोई डिवेलपमेंट नहीं हैगी, ਉਹ ਫਿਰ ਪਿੰਡ ਦੇ ਲੋਕਾਂ ਨੂੰ ਉਹਨਾਂ ਇਕੱਠੇ ਕੀਤਾ ਵੀ ਆਪਾਂ ਆਹ ਕਰਨਾ ਇੱਦਾਂ ਦਾ। ਇਹ ਜਿਹੜੀ ਸੀਗੀ ਕਿ ਜੰਗਲਵਾਦ ਹੁੰਦਾ ਤਾ ਜਮਾਂ ਹੀ, ਇੱਥੇ ਡਰ ਲੱਗਦਾ ਹੁੰਦਾ ਤਾ। ਉਹਦੇ ਬਾਅਦ ਉਹ ਆਪਣੀ ਟੋਕਰੀ ਚੱਕ ਕੇ ਆਪ ਚੱਲ ਪਏ, ਹੌਲੀ ਹੌਲੀ ਲੋਕ ਨਾਲ ਚੱਲ ਪਏ। ਉਹਦੇ ਇਨਪੁਟ ਚੱਲਦੇ ਚੱਲਦੇ ਇਹਨਾਂ ਦੀ ਫਿਰ ਇੱਕ ਉਹ ਆ ਗਈ ਆਪਣੇ ਜਲੰਧਰ ਆਕਾਸ਼ਵਾਣੀ ਵਾਲਿਆਂ ਦਾ, ਉਹਨਾਂ ਨੇ ਇੰਟਰਵਿਊ ਲਈ ਸੀ ਇਹਨਾਂ ਦੀ। ਇੰਟਰਵਿਊ ਲਈ ਹੋਈ, ਉਹ ਇੰਟਰਵਿਊ ਜਿਹੜੀ ਸੀਗੀ ਉਹ ਤੇ ਇੰਡੀਅਨ ਐਕਸਪ੍ਰੈਸ ਨੇ ਉਹ ਖਬਰ ਛਾਪਤੀ ਜੋ ਇਹਨਾਂ ਦੀ ਇੰਟਰਵਿਊ ਹੋਈ ਸੀ। ਉਹਦੇ ਬਾਅਦ ਫਿਰ ਪ੍ਰਧਾਨ ਮੰਤਰੀ ਜਵਾਹਰ ਲਾਲ ਜੀ ਨੇ ਇਹਨਾਂ ਨੂੰ ਸੱਦਾ ਭੇਜਿਆ ਤੇ ਉੱਥੇ ਉਹਨਾਂ ਨੇ ਕਿਹਾ ਵੀ ਐਂ ਤੇ ਵੀ ਇੱਕ ਬੰਦਾ ਮੈਨੂੰ ਮਿਲਣ ਆ ਰਿਹਾ ਹੈ ਜਿਹੜਾ ਆਪਣੇ ਤੌਰ ਤੇ ਸਾਰਾ ਕੁਝ ਕਰ ਰਿਹਾ ਹੈ। ਅੱਛਾ ਕੁਲਦੀਪ ਸਿੰਘ ਜੀ, ਇਹ ਦੱਸਿਓ ਇੱਥੇ ਪ੍ਰਧਾਨ ਮੰਤਰੀ ਤਾਂ ਪੰਡਿਤ ਜਵਾਹਰ ਲਾਲ ਨਹਿਰੂ ਤੋਂ ਆਏ ਨੇ, ਉਸ ਤੋਂ ਪਹਿਲਾਂ ਕਿਹੜੇ ਕਿਹੜੇ ਜਿਹੜੇ ਹੈਗੇ ਲੀਡਰ ਕਿਹੜੇ ਕਿਹੜੇ ਪਹਿਲਾਂ ਆ ਚੁੱਕੇ ਸੀਗੇ? ਨਹੀਂ, ਪਹਿਲਾਂ ਵੈਸੇ ਕੋਈ ਨਹੀਂ ਆਇਆ ਸੀਗਾ, ਉਹਦੇ ਬਾਅਦ ਹੀ ਆਉਣ ਲੱਗੇ ਨੇ ਸਾਰੇ। ਜਿਵੇਂ ਪੰਡਿਤ ਆਪਣੇ ਪ੍ਰਤਾਪ ਸਿੰਘ ਕੈਰੋਂ ਨੇ, ਇਹ ਬਾਅਦ 'ਚ ਆਉਣ ਲੱਗੇ ਨੇ। ਉਹਨਾਂ ਦੇ ਆਉਣ 'ਤੇ ਸੁਣ 'ਚ ਇਹ ਆਇਆ ਕਿ ਹਰ 15 ਦਿਨ ਬਾਅਦ ਆਪਣੇ ਪ੍ਰਤਾਪ ਸਿੰਘ ਕੈਰੋਂ ਇੱਥੇ ਆਉਂਦੇ ਹੁੰਦੇ ਤੇ ਇੱਥੇ ਦਫ਼ਤਰ ਲਾਉਣ 'ਤੇ। ਅਤੇ ਹੋਰ ਵੀ ਕਈ ਜਿਹੜੇ ਮੰਤਰੀ ਸੀ ਉਹਨਾਂ ਦੇ, ਜਿਵੇਂ ਹੁਣ ਤਹਿਸੀਲਦਾਰ ਸਾਰੇ ਇੰਤਕਾਲ ਵਗੈਰਾ ਇੱਥੇ ਹੁੰਦੇ ਉੱਥੇ। ਪਰ ਹੁਣ ਇਹ ਸਾਰੇ ਤੁਸੀਂ ਦੇਖਦੇ ਜਗ੍ਹਾ ਸਾਰੀਆਂ ਖੰਡਰ ਹੋ ਚੁੱਕੀਆਂ ਨੇ। ਅੱਛਾ ਇਹ ਦੱਸੋ, ਤੁਹਾਡੇ ਦਾਦਾ ਜੀ ਦੀ ਬਦੌਲਤ ਕਿਹੜੀਆਂ ਕਿਹੜੀਆਂ ਹੈਗੀਆਂ ਸੀ ਸੁੱਖ ਸਹੂਲਤਾਂ ਜਿਹੜੀਆਂ ਇਲਾਕੇ ਵਾਸਤੇ ਪ੍ਰੋਵਾਈਡ ਹੁੰਦੀਆਂ ਸੀਗੀਆਂ? ਕਿਹੜੀਆਂ ਕਿਹੜੀਆਂ ਸੁੱਖ ਸਹੂਲਤਾਂ ਨੇ ਉਹ ਵੀ ਸਾਡੇ ਦਰਸ਼ਕਾਂ ਨੂੰ ਦੱਸਿਓ। ਡੰਗਰਾਂ ਦਾ ਹਸਪੀਟਲ ਹੈ ਜੀ, ਆ ਬੰਦਿਆਂ ਦਾ ਹੋ ਗਿਆ, ਰੈਸਟ ਹਾਊਸ ਹੋ ਗਿਆ, ਅਤੇ ਆਪਣੇ ਗੁਰਦੁਆਰਾ ਸਾਹਿਬ ਤਾਂ ਸੀਗੇ ਹੀ, ਉਹ ਹੁਣ ਸਕੂਲ ਤੇ ਉੱਥੇ ਇਹਨਾਂ ਨੇ ਮਿਟੇਤਾ। 1952 'ਚ ਪਹਿਲਾ ਕਮਰਾ ਬਣਾਇਆ ਸੀ ਜੀ। ਇੱਕ ਉੱਥੇ ਕੰਪਲੈਕਸ 'ਤੇ ਬਣਾਇਆ ਸੀ ਬਾਬਾ ਜੀ ਨਾਂ 'ਤੇ, ਪਹਿਲਾਂ ਜੁਆਇਨ ਹੁੰਦਾ ਤਾਂ ਇੱਥੇ ਪ੍ਰਿੰਸੀਪਲ ਉਹਨਾਂ ਨੇ। ਉਹ ਹੁਣ ਜਦ ਇਹ ਬਿਲਡਿੰਗ ਦੁਬਾਰਾ ਬਣਾਉਣ ਲੱਗੇ ਨੇ, ਉਹ ਬਿਲਡਿੰਗ ਦੇ ਵਿੱਚ ਇਹਨਾਂ ਨੇ ਉਹਦਾ ਪਤਾ ਨਹੀਂ ਕਿੱਥੇ ਨੀਂਹ ਪੱਥਰ ਰੱਖਿਆ ਕਿੱਥੇ ਨਹੀਂ, ਉਹ ਰੂਹ ਪੋਛੇ ਕਰਤਾ ਇਹਨਾਂ ਨੇ। ਕੁਲਦੀਪ ਜੀ, ਕਦੇ ਮਨ 'ਚ ਇਹ ਨਹੀਂ ਸ਼ਿਕਵਾ ਆਇਆ ਹੈਗਾ ਵੀ ਤੁਹਾਡੇ ਦਾਦਾ ਜੀ ਨੇ ਹੈਗਾ ਇਲਾਕੇ ਦੇ ਲੋਕਾਂ ਵਾਸਤੇ ਬਹੁਤ ਕੁਝ ਜਿਹੜਾ ਹੈਗਾ ਸੀ, ਜਿਹੜੀਆਂ ਲੋਕਾਂ ਨੂੰ ਅਜੇ ਵੀ ਸੁੱਖ ਸਹੂਲਤਾਂ ਨਹੀਂ ਮਿਲੀਆਂ ਹੈਗੀਆਂ, ਉਹ ਉਸ ਟਾਈਮ ਲਿਆਂਦੀਆਂ ਜਦੋਂ ਕੋਈ ਮਤਲਬ ਕਿ ਹੋ ਹੀ ਨਹੀਂ ਸਕਦਾ, ਤੇ ਕਦੇ ਮਨ 'ਚ ਇਹ ਨਹੀਂ ਆਉਂਦਾ ਹੈਗਾ ਇਹ ਜਿਹੜੀਆਂ ਬਿਲਡਿੰਗ ਨੂੰ ਖੰਡਰ ਦੇਖ ਕੇ ਮਨ 'ਚ ਸ਼ਿਕਵਾ ਨਹੀਂ ਕਦੇ ਆਉਂਦਾ ਹੈਗਾ? ਇਹ ਆਉਂਦਾ ਜੀ, ਇਹ ਚੀਜ਼ ਦਾ ਆਮ ਜਿੰਨੀਆਂ ਸਰਕਾਰਾਂ ਹੁਣ ਤੱਕ ਸਾਰਿਆਂ ਨੂੰ ਅਖਬਾਰਾਂ ਰਾਹੀਂ ਵੀ ਜਾਂਦੇ ਰਹੀਆਂ ਰਿਪੋਰਟਾਂ, ਸਾਰਾ ਕੁਝ ਜਾਂਦਾ, ਪਰ ਕਿਸੇ ਦਾ ਧਿਆਨ ਨਹੀਂ ਇੱਧਰ ਹੈਗਾ। ਜਿਵੇਂ ਹੁਣ ਕਾਂਗਰਸ ਨੇ ਇਹ ਕੰਮ ਕੀਤਾ ਤਾਂ ਕਾਂਗਰਸ ਕਿੰਨੀ ਦੇਰ ਰਹੀ ਹੈ ਇੱਥੇ,
ਉਹਨਾਂ ਦਾ ਕੋਈ ਮੰਤਰੀ ਜਾਂ ਕੋਈ ਹੋਰ ਸੰਤਰੀ ਕੋਈ ਨਹੀਂ ਇੱਥੇ ਆਇਆ ਹੈਗਾ। ਪ੍ਰਕਾਸ਼ ਸਿੰਘ ਬਾਦਲ ਦਾ ਤਾਂ ਪਤਾ ਹੀ ਹੈ ਵੀ ਉਹ ਤਾਂ ਜਿੱਥੇ ਕਾਂਗਰਸ ਦਾ ਉੱਥੇ ਉਹ ਕਰਦੇ ਨਹੀਂ ਕੋਈ ਵੀ ਚੀਜ਼। ਅੱਛਾ, ਇੱਕ ਲੋਕਾਂ ਦੇ ਮਨ ਦੇ ਵਿੱਚ ਇਹ ਵੀ ਹੈਗਾ ਸੀਗਾ ਵੀ ਜਿਹੜਾ ਇਹ ਗੁਰੂ ਨਾਨਕ ਸਰ ਕਲੋਨੀ ਆ, ਇੱਥੇ ਇੰਨੀਆਂ ਜ਼ਿਆਦਾ ਸਹੂਲਤਾਂ ਹੈਗੀਆਂ ਵੀ ਜਲਦੀ ਇਹ ਜਿਹੜਾ ਹੈਗਾ ਇੱਕ ਸ਼ਹਿਰ ਬਣ ਜਾਊਗਾ, ਪਰ ਹੁਣ ਕਿੱਦਾਂ ਦੀ ਪੋਜੀਸ਼ਨ ਹੈਗੀ ਇਹਦੀ? ਹੁਣ ਤਾਂ ਤੁਹਾਡੇ ਸਾਹਮਣੇ ਆ ਜੀ ਸਾਰੀ ਪੋਜੀਸ਼ਨ। ਜੋ ਉਹਨਾਂ ਦੇ ਮਨ ਦੀਆਂ ਚਾਹ ਤੇ ਉਹ ਤਾਂ ਨਾਲ ਹੀ ਲੱਗੇ, ਉਹ ਮੁੜ ਕੇ ਕਿਸੇ ਨੇ ਡਿਵੈਲਪਮੈਂਟ ਵੱਲ ਧਿਆਨ ਨਹੀਂ ਦਿੱਤਾ ਹੈਗਾ। ਸਾਰਾ ਕੁਝ ਖੱਡਰ ਹੋਇਆ ਪਿਆ ਇੱਥੇ, ਸਰਕਾਰਾਂ ਦਾ ਕੋਈ ਧਿਆਨ ਨਹੀਂ ਇੱਧਰ ਨੂੰ। ਅਬਦੁੱਲੋ ਸਾਹਿਬ ਤੇ ਪਹਿਲਾਂ ਉਹ ਕਹਿੰਦੇ ਮੈਂ ਗ੍ਰਾਂਟ ਭੇਜੂੰਗਾ, ਉਹ ਦੋਵੇਂ ਪਿੰਡਾਂ ਦੀਆਂ ਪੰਚਾਇਤਾਂ ਦਾ ਰੌਲਾ ਪੈ ਗਿਆ, ਉਹ ਗ੍ਰਾਂਟ ਵੀ ਵਿੱਚੇ ਖੁਰਦ-ਫੁਰਦ ਹੋ ਗਈ। ਜਿਹੜੇ ਪਿੰਡ ਦੇ ਵਿੱਚ ਸੁੱਖ ਸਹੂਲਤਾਂ ਹੈਗੀਆਂ ਸੀਗੀਆਂ ਤੇ ਉਹਨਾਂ ਦੀ ਇਸ ਟਾਈਮ ਕੀ ਪੋਜੀਸ਼ਨ ਹੈਗੀ ਆ, ਕਿੱਦਾਂ ਦੀ ਹਾਲਾਤ ਹੈਗੇ? ਕੀ ਨਾਂ ਜੀ ਤੁਹਾਡਾ? ਜੋਗਿੰਦਰ ਸਿੰਘ ਆ ਜੀ, ਰਾਏਪੁਰ ਪਿੰਡ। ਅੱਛਾ, ਇਹ ਦੱਸਿਓ ਜੀ ਵੀ ਜਿਹੜਾ ਇਹ ਜਦੋਂ ਇਹ ਸੁੱਖ ਸਹੂਲਤਾਂ ਹੈਗੀਆਂ ਸੀ ਉਦੋਂ ਮਤਲਬ ਕਿ ਤੁਸੀਂ ਇਹ ਸੁੱਖ ਸਹੂਲਤਾਂ ਦਾ ਆਨੰਦ ਮਾਣਿਆ? ਕਿਹੜੀਆਂ ਸੁੱਖ ਸਹੂਲਤਾਂ ਹੈਗੀਆਂ ਸੀ? ਜਦ ਜੀ ਅਸੀਂ ਬੱਚੇ ਸੀ, ਸੂਬੇਦਾਰ ਸਾਹਿਬ ਨੇ ਬਹੁਤ ਕੁਛ ਕੀਤਾ ਇੱਥੇ, ਔਰ ਹਸਪਤਾਲ ਵੀ, ਲਾਇਬ੍ਰੇਰੀ ਵੀ, ਤੇ ਮਤਲਬ ਸਕੂਲ ਵੀ, ਗੁਰਦੁਆਰਾ ਸਾਹਿਬ ਵੀ, ਬਹੁਤ ਕੁਛ ਬਣਿਆ, ਪਰ ਮੁੜ ਕੇ ਕਿਸੇ ਨੇ ਨਹੀਂ ਪੁੱਛਿਆ। ਤੇ ਸੂਬੇਦਾਰ ਸਾਹਿਬ ਦੀ ਡੈਥ ਹੋ ਗਈ, ਉਹ ਤੋਂ ਮਗਰੋਂ ਇੱਥੇ ਕੋਈ ਗ੍ਰਾਂਟ ਨਹੀਂ ਮਿਲੀ, ਕੋਈ ਇੱਥੇ ਕੁਛ ਨਹੀਂ ਹੋਇਆ ਹੈਗਾ। ਯਾਨੀ ਤੁਸੀਂ ਆਲੇ ਦੁਆਲੇ ਘੁੰਮ ਕੇ ਦੇਖ ਲਓ ਬਈ ਕੀ ਕੁਛ ਆ ਹੈਗਾ। ਜਿਹੜਾ ਇੱਥੇ ਆਪਾਂ ਜਿੱਥੇ ਹੁਣ ਖੜੇ ਹਾਂ, ਇਹ ਰੈਸਟ ਹਾਊਸ ਹੈ। ਇੱਥੇ ਹੁਣ ਹਸਪਤਾਲ ਚੱਲਦਾ, ਹਸਪਤਾਲ ਇੱਧਰ ਹੈ, ਉਹਦੀ ਬੁਰੀ ਹਾਲਤ ਹੈ। ਔਰ ਜੇ ਅੱਜ ਦੀਆਂ ਆਪਾਂ ਮੰਨ ਲਓ ਕਹਿ ਲਈਏ ਬਿਲਡਿੰਗਾਂ ਨੂੰ ਬਣਦੀਆਂ ਨੇ, ਉਹਨਾਂ ਨਾਲੋਂ ਵੀ ਚੰਗੀਆਂ ਨੇ ਜੇ ਇਹਨਾਂ ਦੀ ਰਿਪੇਅਰ ਹੋ ਜਾਵੇ। ਰਿਪੇਅਰ ਵਾਸਤੇ ਵੀ ਕੁਛ ਨਹੀਂ ਮਿਲ ਰਿਹਾ। ਅੱਛਾ, ਇਹ ਦੱਸਿਓ ਕਦੇ ਸਰਕਾਰ ਤੱਕ ਪਹੁੰਚ ਕੀਤੀ ਜਾਂ ਲੋਕਲ ਐਮਐਲਏ ਤੱਕ ਜਾਂ ਮੰਤਰੀ ਤੱਕ ਪਹੁੰਚ ਕੀਤੀ ਵੀ ਜਿਹੜੀਆਂ ਇਹ ਬਿਲਡਿੰਗਾਂ ਨੂੰ, ਜਿਹੜੀਆਂ ਪੁਰਾਤਨ ਬਿਲਡਿੰਗਾਂ ਨੂੰ ਸੰਭਾਲਿਆ ਜਾਵੇ? ਬਹੁਤ ਵਾਰੀ ਹੋਇਆ ਜੀ, ਕੋਈ ਨਹੀਂ ਪੁੱਛਦਾ। ਬਸ ਕੀ ਮੰਗ ਕਰਦੇ ਹੋ, ਕੀ ਹੋਣਾ ਚਾਹੀਦਾ? ਸਿਰਫ ਅਸੀਂ ਤਾਂ ਇਹੀ ਕਹਿੰਦੇ ਹਾਂ ਵੀ ਰਿਪੇਅਰ ਹੋਣੀ ਚਾਹੀਦੀ ਹੈ। ਇਹਨਾਂ ਵਾਸਤੇ ਪੈਸਾ ਰਿਪੇਅਰ ਨੂੰ ਜਿੰਨਾ ਕੁ ਹੋ ਸਕਦਾ ਓਨਾ ਮਿਲਣਾ ਚਾਹੀਦਾ ਹੈ। ਇਹ ਨਹੀਂ ਹੈਗਾ ਵੀ ਲੱਖ ਹੈ 2 ਲੱਖ ਹੈ, ਇਹਨਾਂ ਦੀ ਰਿਪੇਅਰ ਪੂਰੀ ਹੋਣੀ ਚਾਹੀਦੀ ਹੈ। ਸੋ ਸਾਡੇ ਨਾਲ ਜਿਹੜੇ ਹੈਗੇ ਨੇ ਮਾਜਰੀ ਦੇ ਸਰਪੰਚ ਵੀ, ਨੌਜਵਾਨ ਸਰਪੰਚ ਹੈਗੇ ਨੇ, ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਸਰਪੰਚ ਸਾਹਿਬ, ਇਹ ਦੱਸਿਓ ਵੀ ਮਨ ਦੇ ਵਿੱਚ ਕਿੰਨਾ ਕੁ ਸ਼ੇਕਵਾ ਆਉਂਦਾ ਹੈਗਾ, ਕਿਉਂਕਿ ਜਿਹੜੇ ਸੂਬੇਦਾਰ ਨਰਿੰਦਰ ਸਿੰਘ ਹੈਗੇ ਹੋਰੀ ਹੈਗੇ ਸੀ, ਉਹਨਾਂ ਨੇ ਤਾਂ ਮਤਲਬ ਕਿ ਜੀ ਜਾਨ ਲਾਤੀ ਸਾਰੀਆਂ ਸੁੱਖ ਸਹੂਲਤਾਂ ਦੇਣ ਵਾਸਤੇ ਇਲਾਕੇ ਨੂੰ, ਪਰ ਹੁਣ ਕਿੱਦਾਂ ਦਾ ਪੋਜੀਸ਼ਨ ਹੈਗੀ ਆ, ਕਿੱਦਾਂ ਦਾ ਜਿਹੜੇ ਹੈਗੇ ਬਿਲਡਿੰਗਾਂ ਬਣੀਆਂ ਸੀਗੀਆਂ ਜਾਂ ਸੁੱਖ ਸਹੂਲਤਾਂ ਹੈਗੀਆਂ ਸੀਗੀਆਂ, ਕਿੰਨੇ ਕੁ ਲੋਕਾਂ ਨੂੰ ਮਿਲਦੀਆਂ ਤੇ ਕਿੱਦਾਂ ਦਾ ਪੋਜੀਸ਼ਨ ਹੈ ਇਸ ਟਾਈਮ? ਪਹਿਲਾਂ ਤਾਂ ਚੈਨਲ ਵਾਲਿਆਂ ਨੂੰ ਜੀ ਆਇਆਂ। ਮੈਂ ਭਰੇ ਮਨ ਨਾਲ ਕਹਿੰਦਾ ਵੀ ਅਸੀਂ ਸਰਪੰਚ ਹੋਣ ਦੇ ਮੌਜੂਦਾ ਐਮਐਲਏ ਸਾਹਿਬ, ਐਮਪੀ ਸਾਹਿਬ ਨੂੰ ਕਈ ਵਾਰ ਮਿਲੇ ਆ, ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੁੱਲੋ ਨੂੰ ਵੀ ਮਿਲੇ ਅਸੀਂ ਜਾ ਕੇ, ਪਰ ਸਾਨੂੰ ਕਿਸੇ ਨੇ ਆਪਣੀ ਬਾਂਹ ਨਹੀਂ ਫੜਾਈ। ਸਾਡਾ ਬੜਾ ਮਨ ਦੁਖੀ ਹੈ ਵੀ ਕਿਸੇ ਟਾਈਮ ਸਾਡੇ ਸੂਬੇਦਾਰ ਨਰਿੰਦਰ ਸਿੰਘ ਜੋ ਰਿਸ਼ਤੇ 'ਚ ਮੇਰੇ ਨਾਨਾ ਜੀ ਲੱਗਦੇ ਨੇ, ਵੀ ਉਹਨਾਂ ਨੇ ਇੱਕ ਬਹੁਤ ਹੇਠਾਂ ਤੋਂ ਉੱਠ ਕੇ ਇੱਥੇ ਪੰਡਿਤ ਜਵਾਹਰ ਲਾਲ ਨਹਿਰੂ ਜੋ ਉਸ ਸਮੇਂ ਦੇ ਪ੍ਰਧਾਨ ਮੰਤਰੀ ਸੀਗੇ, ਉਹਨਾਂ ਨੂੰ ਬੁਲਾਇਆ। ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਵੀ ਆਏ ਤੇ ਗਵਰਨਰ ਵਗੈਰਾ ਬਹੁਤ ਅਫਸਰ ਸਾਹਿਬਾਨ ਆਏ, ਪਰ ਉਹ ਤੋਂ ਬਾਅਦ ਕਿਸੇ ਨੇ ਸਾਡੀ ਬਾਂਹ ਨਹੀਂ ਫੜੀ। ਕੋਈ ਸਾਨੂੰ 1 ਰੁਪਈਆ ਜਿਹੜਾ ਇੱਥੇ ਕੋਈ ਗ੍ਰਾਂਟ ਨਹੀਂ ਦਿੱਤੀ ਜਾਂ ਕਿਸੇ ਏਜੰਸੀ ਤੋਂ ਕੰਮ ਨਹੀਂ ਕਰਾਇਆ। ਇੰਨੀ ਵਧੀਆ ਬਿਲਡਿੰਗ ਆ, 60 ਸਾਲ ਤੋਂ ਬਾਅਦ ਵੀ ਇਹ ਲੱਗਦਾ ਵੀ ਇਹਦੀ ਮੁਰੰਮਤ ਕੀਤੀ ਜਾ ਥੋੜੀ ਵੀ ਤਾਂ ਇਹ ਬਿਲਕੁਲ ਨਵੀਂ ਤੋਂ ਵੀ ਵਧੀਆ ਬਣ ਜੂਗੀ। ਬੜਾ ਮਨ 'ਚ ਸ਼ਿਕਵਾ ਵੀ ਸਰਕਾਰਾਂ ਆਉਂਦੀਆਂ ਨੇ ਚਲੇ ਜਾਂਦੀਆਂ ਨੇ, ਬੜੇ ਬੜੇ ਵਾਅਦੇ ਕਰਦੀਆਂ ਨੇ, ਪਰ ਇਹੋ ਜਿਹੀਆਂ ਪੁਰਾਤਨ ਜਿਹੜੀਆਂ ਵਿਰਾਸਤਾਂ ਨੂੰ ਵੀ ਸਾਂਭ ਨਹੀਂ ਸਕੇ। ਦਵਿੰਦਰ ਜੀ, ਇਹ ਦੱਸਿਓ ਵੀ ਜਿਹੜੇ ਆਪਣੇ ਇਲਾਕੇ ਦੇ ਵਿੱਚ ਕੋਈ ਹਸਪੀਟਲ ਹੈਗਾ ਜਾਂ ਜੇ ਕਿਸੇ ਨੂੰ ਲੋੜ ਪੈ ਜਾਵੇ ਤਾਂ ਉਹਨੂੰ ਦੂਰ ਦਰਾਡੇ ਜਾਣਾ ਪੈਂਦਾ? ਕੀ ਲੱਗਦਾ ਵੀ ਜੇ ਸਰਕਾਰ ਇਹ ਜਿਹੜੇ ਹੈਗੀਆਂ ਇੱਥੇ ਜਿਹੜੇ ਹਸਪੀਟਲ ਵਗੈਰਾ ਬਣੇ ਸੀਗੇ ਜੇ ਉਹਨਾਂ ਦੀ ਗੌਰ ਕਰੇ ਤਾਂ ਜਿਹੜਾ ਲੋਕਾਂ ਨੂੰ ਇੱਕ ਵੱਡੀ ਜਿਹੜੀ ਹੈਗੀ ਆ ਸਹੂਲਤ ਮਿਲ ਸਕਦੀ ਹੈ? ਮੈਂ ਕਹਿੰਦਾ ਵੀ ਜੇ ਸਰਕਾਰ ਚਾਹੇ, ਜਿਵੇਂ ਇੱਥੇ ਸਾਡੇ ਕੋਲ ਬਿਲਡਿੰਗ ਹੈਗੀ ਉਹਨੂੰ ਰੈਨੋਵੇਟ ਕਰਕੇ 20 ਤੋਂ 25 ਬਿਸਤਰਿਆਂ ਦਾ ਜਿਹੜਾ ਹਸਪੀਟਲ ਬਣਾਇਆ ਜਾ ਸਕਦਾ, ਤੇ ਘੱਟੋ ਘੱਟ ਜ਼ਿਆਦਾ ਨਹੀਂ ਤਾਂ 30-40 ਪਿੰਡਾਂ ਨੂੰ ਇੱਥੇ ਬਹੁਤ ਹੀ ਲੋੜ ਆ ਜਿਹੜੀ ਆ, ਸੰਗਤ ਛੇਤੀ ਆ ਸਕਦੀ ਹੈ। ਕੋਈ ਬਿਮਾਰ ਆ, ਕੋਈ ਠਮਾਰ ਆ ਜਾਂ ਕੋਈ ਐਕਸੀਡੈਂਟ ਕੇਸ ਵਾਲਾ ਰਾਤ ਬਰਾਤ ਨਹੀਂ, ਬਹੁਤ ਦੂਰ ਦਰਾਡੇ ਜਾਣਾ ਪੈਂਦਾ। ਕਦੇ ਕਿਸੇ ਮੰਤਰੀ ਤੱਕ ਜਾਂ ਐਮਐਲਏ ਤੱਕ ਕਦੇ ਪਹੁੰਚ ਕੀਤੀ ਵੀ ਇਹ ਜਿਹੜੇ ਹੈਗੇ ਇਹਨੂੰ ਸੰਭਾਲਿਆ ਜਾਵੇ? ਬਹੁਤ ਵਾਰ ਅਸੀਂ ਕੋਸ਼ਿਸ਼ਾਂ ਕੀਤੀਆਂ ਨੇ ਜੀ, ਐਮਐਲਏ ਸਾਹਿਬ ਨੂੰ, ਐਮਪੀ ਸਾਹਿਬ ਨੂੰ, ਸਾਰਿਆਂ ਨੂੰ ਮਿਲੇ ਗਏ ਸਰਕਾਰ ਦੇ ਨੁਮਾਇੰਦਿਆਂ ਨੂੰ, ਪਰ ਕਿਸੇ ਨੇ ਬਾਂਹ ਨਹੀਂ ਫੜਾਈ, ਕਿਸੇ ਨੇ ਇਹ ਨਹੀਂ ਕਿਹਾ। ਇਹ ਕਹਿੰਦੇ ਆ ਵੀ ਹਾਂ ਕੋਈ ਨਹੀਂ, ਆਵਾਂਗੇ, ਵਿਜ਼ਿਟ ਕਰਾਵਾਂਗੇ। 1-2 ਵਾਰ ਜਿਹੜੇ ਪੁਰਾਤਨ ਵਿਭਾਗ ਵਾਲੇ ਆਏ ਵੀ ਨੇ ਸਾਡੇ ਕੋਲ, ਤੇ ਪਰ ਉਹਨਾਂ ਨੇ ਵੀ ਕੁਛ ਨਹੀਂ, ਇੱਥੇ ਇੱਕ ਵਾਰ ਐਸਟੀਮੇਟ ਜਿਹਾ ਲਾ ਕੇ ਚਲੇ ਗਏ, ਉਹ ਤੋਂ ਬਾਅਦ ਨਹੀਂ ਆਏ। ਸਾਲ ਪਹਿਲਾਂ ਦੀ ਗੱਲ ਹੈ। ਦਵਿੰਦਰ ਜੀ, ਜਿਹੜੀ ਨਵੀਂ ਬਣੀ ਸਰਕਾਰ, ਆਮ ਆਦਮੀ ਪਾਰਟੀ ਦੀ ਸਰਕਾਰ, ਉਹ ਬੜੇ ਬੜੇ ਦਾਅਵੇ ਕਰਦੇ ਆ ਕਿ ਲੱਗਦਾ ਹੈ ਵੀ ਜੇ ਕਿਤੇ ਉਹਨਾਂ ਤੱਕ ਇਹ ਗੱਲ ਪਹੁੰਚਾਈ ਜਾਵੇ ਤਾਂ ਕੁਛ ਨਾ ਕੁਛ ਜਿਹੜਾ ਮਤਲਬ ਇਲਾਕੇ ਦੇ ਲੋਕਾਂ ਦਾ ਫਾਇਦਾ ਹੋ ਸਕਦਾ ਹੈ? ਮੈਨੂੰ ਪੂਰਨ ਆਸ ਆ ਵੀ ਨਵੀਂ ਸਰਕਾਰ ਤੋਂ, ਜਿਵੇਂ ਉਹ ਕਹਿੰਦੇ ਨੇ ਵੀ ਰੰਗਲਾ ਪੰਜਾਬ ਬਣਾਉਣਾ ਹੈ, ਮੈਨੂੰ ਲੱਗਦਾ ਵੀ ਉਹ ਵਿਰਾਸਤ ਨੂੰ ਸਾਂਭਣਗੇ
ਤੇ ਬਿਲਕੁਲ ਸਾਨੂੰ ਸਹਿਯੋਗ ਦੇਣਗੇ। ਅਸੀਂ ਉਹਨਾਂ ਤੋਂ ਵੀ ਮੰਗ ਕਰਦੇ ਹਾਂ ਵੀ ਇਸ ਜਿਹੜੀਆਂ ਇਮਾਰਤਾਂ ਨੂੰ ਸਾਂਭਿਆ ਜਾਵੇ। ਇਹ ਸਨ ਪਿੰਡ ਮਾਜਰੀ ਦੇ ਸਰਪੰਚ ਦਵਿੰਦਰ ਸਿੰਘ, ਜਿਨ੍ਹਾਂ ਦਾ ਕਹਿਣਾ ਕਿ ਅਸੀਂ ਕਈ ਵਾਰ ਜਿਹੜੇ ਲੀਡਰ ਨੇ ਵੱਖੋ ਵੱਖਰੇ ਪਾਰਟੀਆਂ ਦੇ ਲੀਡਰ ਉਹਨਾਂ ਨੂੰ ਮਿਲਣ ਦੀ ਕੋਸ਼ਿਸ਼ ਕੀਤੀ, ਪਰ ਕਦੇ ਕਿਸੇ ਨੇ ਕੋਈ ਬਾਂਹ ਨਹੀਂ ਫੜੀ ਹੈਗੀ, ਨਾ ਹੀ ਜਿਹੜੀਆਂ ਲਗਾਤਾਰ ਜਿਹੜੀਆਂ ਬਿਲਡਿੰਗਾਂ ਖੰਡਰ ਹੁੰਦੀਆਂ ਜਾ ਰਹੀਆਂ ਉਹਨਾਂ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ। ਸਾਡੇ ਨਾਲ ਇੱਕ ਹੋਰ ਵੀ ਪਿੰਡ ਦੇ ਜਿਹੜੇ ਮੌਜੂਦ ਬਜ਼ੁਰਗ ਨੇ, ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਕੇ ਦਰਸ਼ਕਾਂ ਨੂੰ ਦਰਸ਼ਕਾਂ ਤੱਕ ਜਾਣਕਾਰੀ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਕਿ ਇਹ ਜਿਹੜਾ ਪਿੰਡ ਹੈਗਾ ਸੀ ਗੁਰੂ ਨਾਨਕ ਸਰ ਕਲੋਨੀ, ਉਸ ਵਿੱਚ ਕਿਹੜੀਆਂ ਸੁੱਖ ਸਹੂਲਤਾਂ ਤੀਆਂ ਤੇ ਉਹਦਾ ਦਾ ਖੰਡਰ ਹੋਣ ਦਾ ਕਾਰਨ ਕੀ ਹੈ। ਕੀ ਨਾਂ ਜੀ ਤੁਹਾਡਾ? ਮੇਰਾ ਨਾਮ ਗੁਰਚਰਨ ਸਿੰਘ, ਮੈਂਬਰ ਮਾਰਕੀਟ ਕਮੇਟੀ ਖਮਾਣੋ ਅਤੇ ਮੈਂ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਰੈਪਰ ਮਾਜਰੀ ਦਾ। ਅੱਛਾ, ਇਹ ਦੱਸਿਓ ਵੀ ਇੱਥੇ ਜਿਹੜੇ ਹੈਗੇ ਕਿਹੜੀਆਂ ਸੁੱਖ ਸਹੂਲਤਾਂ ਕਦੋਂ ਮਿਲੀਆਂ ਸੀਗੀਆਂ ਲੋਕਾਂ ਨੂੰ, ਇਲਾਕੇ ਦੇ ਲੋਕਾਂ ਨੂੰ ਕਿੰਨਾ ਕੁ ਫਾਇਦਾ ਹੁੰਦਾ ਸੀ, ਤੇ ਹੁਣ ਜਿਹੜਾ ਹੈਗਾ ਬਿਲਡਿੰਗਾਂ ਦਾ ਕੀ ਹਾਲਤ ਹੈਗੀ? ਦੇਖੋ, ਜਿਹੜਾ ਸਾਡਾ ਸਾਰਿਆਂ ਨੂੰ ਪਹਿਲਾਂ ਸ਼ੁਰੂਆਤ ਹੋਈ ਇਸ ਕਲੋਨੀ ਦੀ, ਸਵਰਗਵਾਸੀ ਸੂਬੇਦਾਰ ਨਗਿੰਦਰ ਸਿੰਘ ਜੀ ਮਾਜਰੀ ਵਾਲਿਆਂ ਨੇ ਇਸ ਕਲੋਨੀ ਨੂੰ ਦੂਰੋਂ ਦੂਰੋਂ ਮੰਗ ਕੇ 1952 ਦੇ ਵਿੱਚ ਇੱਕ ਪ੍ਰਾਇਮਰੀ ਦਾ ਕਮਰਾ ਪਾਇਆ ਹੋਇਆ ਸੀ, ਪ੍ਰਾਇਮਰੀ ਸਕੂਲ, ਜੋ ਕੰਨਿਆ ਪ੍ਰਾਇਮਰੀ ਸਕੂਲ ਤਾਂ ਉਹ ਭਾਵੇਂ ਇੱਥੇ ਕੋ ਐਜੂਕੇਸ਼ਨ ਇਕੱਠੇ ਪੜ੍ਹਦੇ ਰਹੇ ਬੱਚੇ ਯਾਰ ਬੱਚੀਆਂ, ਭਾਵੇਂ ਨਰੋਲ ਕੰਨਿਆ ਨਹੀਂ ਪੜ੍ਹ ਸਕੀ, ਪਰ ਪਿੰਡੂ ਖੇਤਰ ਹੋਣ ਕਰਕੇ ਇੱਥੇ ਸਾਰੇ ਇਕੱਠੇ ਪੜ੍ਹਦੇ ਰਹੇ। 1952 ਤੋਂ ਲੈ ਕੇ ਇਹ ਕਲੋਨੀ 1963 ਦੇ ਵਿੱਚ ਪੂਰੀ ਪ੍ਰਫੁੱਲਤ ਹੋ ਗਈ ਸੀ, ਸਾਰਾ ਕੁਝ ਇੱਥੇ ਬਣ ਗਿਆ ਸੀ। ਅੱਛਾ, ਇਹ ਦੱਸਿਓ ਵੀ ਇੱਥੇ ਕੌਣ ਕਿਹੜੇ ਲੀਡਰ ਨੇ ਆਏ ਇੱਥੇ ਤੁਹਾਡੇ, ਕਿਹੜੀਆਂ ਸੁੱਖ ਸਹੂਲਤਾਂ ਦਿੱਤੀਆਂ ਗਈਆਂ? ਦੇਖੋ, ਪ੍ਰਤਾਪ ਸਿੰਘ ਕੈਰੋਂ ਪੰਜਾਬ ਦੇ ਮੁੱਖ ਮੰਤਰੀ, ਉਹਨਾਂ ਦਾ ਤਾਂ ਇਹ 6 ਮਹੀਨੇ ਪਿਛਲਾ ਟੂਰ ਹੁੰਦਾ ਸੀ ਇਸ ਕਲੋਨੀ ਦੇ ਵਿੱਚ, ਕਿਉਂ ਜਿਹੜਾ ਇਹ ਅੱਜ ਬਿਲਡਿੰਗ ਦੇ ਵਿੱਚ ਹਸਪੀਟਲ ਚੱਲਦਾ ਸਾਡਾ ਹੈਲਥ ਸੈਂਟਰ, ਇਹ ਰੈਸਟ ਹਾਊਸ ਹੁੰਦਾ ਸੀ, ਜਿਹੜਾ ਕਿ ਆਉਣ ਜਾਣੇ ਵਾਲੇ ਅਫਸਰ ਇੱਥੇ ਬਕਾਇਦਾ ਠਹਿਰਦੇ ਹੁੰਦੇ ਸੀ। ਇੱਥੇ ਇੱਕ ਸਾਡੀ ਲਾਇਬ੍ਰੇਰੀ ਵੀ ਸੀ, ਜਿਹਦੇ 'ਚ ਬਹੁਤ ਕੀਮਤੀ ਸਾਡੀਆਂ ਕਿਤਾਬਾਂ ਪਈਆਂ ਹੁੰਦੀਆਂ ਸੀਗੀਆਂ, ਸਾਰਾ ਫਰਨੀਚਰ ਸੀਗਾ ਬਹੁਤ ਵਧੀਆ। ਇਹ ਇੱਥੇ ਪੰਡਿਤ ਜਵਾਹਰ ਲਾਲ ਨਹਿਰੂ ਜੀ ਨੇ 1963 27 ਜੁਲਾਈ 1963 ਨੂੰ ਆਪਣੇ ਕਰ ਕਮਲਾਂ ਦੇ ਨਾਲ ਇਸ ਕਲੋਨੀ ਦਾ ਉਦਘਾਟਨ ਕੀਤਾ। ਉਦੋਂ ਸੂਬਾ ਸਿੰਘ DC ਲੁਧਿਆਣਾ ਸੀਗੇ ਉਹਨਾਂ ਦੇ ਨਾਲ, ਸੂਬੇਦਾਰ ਨਗਿੰਦਰ ਸਿੰਘ ਜੀ ਉਹਨਾਂ ਦੇ ਨਾਲ ਸੀਗੇ, ਅਜਮੇਰ ਸਿੰਘ ਜੀ ਸੀਗੇ ਸਮਰਾਲਾ ਜੋ ਕਿ ਮਾਲ ਮੰਤਰੀ ਰਹੇ ਸਾਡੇ, ਅਤੇ ਨਾਲ ਪ੍ਰਤਾਪ ਸਿੰਘ ਕੈਰੋਂ ਪੰਜਾਬ ਦੇ ਚੀਫ ਮਿਨਿਸਟਰ ਸੀਗੇ, ਜਿਹੜੇ ਉਹਨਾਂ ਦੇ ਨਾਲ ਉਦਘਾਟਨ ਕਰਨ ਆਏ ਇਸ ਜਗ੍ਹਾ 'ਚ। ਇੱਥੇ ਬਹੁਤ ਚਹਿਲ ਪਹਿਲ ਹੁੰਦੀ ਸੀ। ਅੱਛਾ, ਜਿਹੜੀ ਇਹ ਰੈੱਡ ਕਰਾਸ ਸੁਸਾਇਟੀ ਆ, ਇਹਦਾ ਨੀਂਹ ਪੱਥਰ ਕਿਹਨੇ ਰੱਖਿਆ ਸੀ, ਕਦੋਂ ਰੱਖਿਆ ਸੀ? ਇਹਦੇ ਬਾਰੇ ਤਾਂ ਨਹੀਂ ਬੜਾ ਮੈਨੂੰ ਗਿਆਨ ਹੈਗਾ ਵੀ ਕਿਹਨੇ ਰੱਖਤਾ। ਉੱਥੇ ਪੱਥਰ ਲੱਗਿਆ ਹੋਇਆ, ਗਵਰਨਰ ਗਾਈਡ ਸੀਗੇ ਜਿਹੜੇ, ਉਹਨਾਂ ਨੇ ਇਸ ਕਲੋਨੀ ਦਾ ਉਸ ਡਿਸਪੈਂਸਰੀ ਦਾ ਪੱਥਰ ਰੱਖਿਆ, ਉਦਘਾਟਨ ਕੀਤਾ। ਬਈ ਇੱਥੇ ਜਾਣੀ ਮੈਂ ਕਹੂੰਗਾ ਜਿਹੜਾ ਮੈਂ ਆਪਣੀ ਸੋਝੀ 'ਚ ਦੇਖਿਆ, ਉਹ ਸਾਰਾ ਸਹੂਲਤਾਂ ਹੈਗੀਆਂ। ਜਿਵੇਂ ਉਰੇ ਸਾਡੇ 2 ਬੈਨਾਂ ਖੜ੍ਹਦੀਆਂ ਸੀ ਹੈਲਥ ਮਹਿਕਮੇ ਦੀਆਂ, 4-5 ਡਾਕਟਰ ਇੱਥੇ ਰਹਿੰਦੇ ਹੁੰਦੇ ਸੀ, ਜਿਹੜੇ ਇੱਥੇ ਗਰੀਬ ਲੋਕਾਂ ਦੇ, ਪਿੰਡੂ ਲੋਕਾਂ ਦੇ ਜਨੇਪੇ ਵੀ ਹੁੰਦੇ, ਮੈਂ ਇੱਥੇ ਦੇਖੇ ਆ। ਸਾਰਾ ਸਟਾਫ ਮੇਰਾ ਖਿਆਲ 15-20 ਬੰਦੇ ਇੱਥੇ ਚਹਿਲ ਪਹਿਲ ਸੀ, ਜਿਹੜੇ 15-20 ਬੰਦੇ ਹੈਲਥ ਦੇ ਨਾਲ ਸੰਬੰਧਿਤ ਰੱਖਦੇ ਹੋਏ ਇਸ ਜਗ੍ਹਾ 'ਚ ਰਹਿੰਦੇ ਹੁੰਦੇ ਸੀ। ਅੱਛਾ, ਹੁਣ ਮਤਲਬ ਕਿ ਕਿੱਦਾਂ ਦੀਆਂ ਬਿਲਡਿੰਗਾਂ ਦੀ ਹਾਲਤ ਕਿੱਦਾਂ ਦੀ ਆ, ਇਹਦੇ ਪਿੱਛੇ ਤੁਸੀਂ ਕੀ ਸਮਝਦੇ ਹੋ ਵੀ ਕਿਹਦੀ ਅਣਦੇਖੀ ਹੈਗੀ ਆ? ਇਹ ਮੈਂ ਤਾਂ ਇਹ ਕਹੂੰਗਾ, ਦੇਖੋ ਹੁਣ ਤਾਂ ਤੁਹਾਡੇ ਸਾਹਮਣੇ ਆ, ਖੰਡਰ ਬਣ ਗਈਆਂ ਸਾਡੀਆਂ ਬਿਲਡਿੰਗਾਂ। ਸਾਡੀ ਮਾੜੀ ਕਿਸਮਤ ਹੈ, ਜੇ ਆਪਣੇ ਬਾਪ ਦੀ ਬਣੀ ਹੋਈ ਜਾਇਦਾਦ ਨੂੰ ਜਿਹੜਾ ਪੁੱਤ 19 ਕੁ ਸਾਂਭ ਲੈਂਦਾ ਤਾਂ ਉਹਨੂੰ ਤਾਂ ਆਪਾਂ ਪੁੱਤ ਕਹਿ ਦਿੰਦੇ ਵੀ ਇਹ ਪੁੱਤ ਹੈ। ਜੇ ਉਹਨੂੰ ਵਧਾਉਂਦਾ ਆਪਣੀ ਮਾਂ-ਬਾਪ ਦੀ ਜਾਇਦਾਦ ਨੂੰ ਤਾਂ ਉਹ ਸਪੂਤ ਹੁੰਦਾ, ਪਰ ਜੇ ਉਹ ਘਟ ਜਾਵੇ ਫਿਰ ਉਹ ਕਪੂਤ ਬਣ ਜਾਂਦਾ। ਅਸੀਂ ਦੋਨੇ ਪਿੰਡ ਬੇਸਮਝੀ ਨੇ, ਬੇਥਪਾਕੀ ਨੇ, ਮਾਇਨੇ ਮਾਰ ਕੇ ਇਸ ਜਗ੍ਹਾ ਤੇ ਕਲੋਨੀ ਦਾ ਬੁਰਾ ਹਾਲ ਕਰਕੇ ਰੱਖਦਾ, ਸਾਡੀ ਮਾਇਨੇ ਮਾਰ ਤੇ। ਅੱਛਾ, ਹੁਣ ਕੀ ਚਾਹੁੰਦੇ ਹੋ, ਕੀ ਮਤਲਬ ਡਿਮਾਂਡ ਕਰਦੇ ਹੋ? ਮੈਂ ਡਿਮਾਂਡ ਕਰਦਾ ਸਰਕਾਰ ਤੋਂ, ਜਿਹੜੀ ਮੌਜੂਦਾ ਸਰਕਾਰ ਹੈ, ਪਹਿਲਾਂ ਵੀ ਸਰਕਾਰਾਂ ਆਈਆਂ, ਵੈਸੇ ਤਾਂ ਮੈਂ ਕਹੂੰਗਾ ਇਹ ਜਿਹੜੀ ਕਲੋਨੀ ਵਸੀ ਹੈ ਕਾਂਗਰਸ ਸਰਕਾਰ ਦੀ ਇੱਕ ਦੇਣ ਸੀ, ਕਿਉਂ ਸੂਬੇਦਾਰ ਨਰੋਲ ਬਹੁਤ ਨਧੜਕ ਜਰਨੈਲ ਸੀ ਕਾਂਗਰਸ ਦੇ, ਜਿਨ੍ਹਾਂ ਨੇ ਕਲੋਨੀ ਨੂੰ ਵਸਾਇਆ, ਤੇ ਸੂਬੇਦਾਰ ਪੰਡਿਤ ਜਵਾਹਰ ਲਾਲ ਨਹਿਰੂ ਤੱਕ, ਜੋ ਕਿ ਭਾਰਤ ਦੇ ਪਹਿਲੇ ਪ੍ਰਾਈਮ ਮਿਨਿਸਟਰ ਹੋਏ ਹੈ, ਉਹਨਾਂ ਤੱਕ ਪਹੁੰਚ ਕਰਕੇ ਇਸ ਕਲੋਨੀ ਦਾ ਉਦਘਾਟਨ ਕਰਾਇਆ। ਪਰ ਫਿਰ ਇੱਥੇ ਜਿਹੜੀ ਦੁਰਾਦਿਸ਼ਾ ਹੋਈ ਹੈ ਇਸ ਕਰਕੇ ਹੋਈ ਹੈ ਵੀ ਸਰਕਾਰਾਂ ਆਉਂਦੀਆਂ ਰਹੀਆਂ, ਬਦਲਦੀਆਂ ਰਹੀਆਂ, ਕਦੇ ਅਕਾਲੀ ਆ ਗਏ, ਕਦੇ ਕਾਂਗਰਸ ਆ ਗਈ। ਅਕਾਲੀਆਂ ਨੇ ਇਹਨੂੰ ਜ਼ਿਆਦਾ ਅਣਗੌਲਿਆ ਤਾਂ ਕਰਤਾ ਵੀ ਇਹ ਸੂਬੇਦਾਰ ਨਗਿੰਦਰ ਸਿੰਘ ਦੀ ਵਸਾਈ ਹੋਈ ਕਲੋਨੀ ਸੀ, ਨਹਿਰੂ ਨੇ ਉਦਘਾਟਨ ਕਰਿਆ ਸੀ ਕਾਂਗਰਸ ਦੇ ਪ੍ਰਧਾਨ ਨੇ, ਇਸ ਕਰਕੇ ਇਹਦੇ ਵੱਲ ਬਾਹਲਾ ਧਿਆਨ ਨਹੀਂ ਸਾਡੀ ਸਰਕਾਰ ਨੇ, ਅਕਾਲੀ ਨੇ ਦਿੱਤਾ, ਕਿਉਂਕਿ ਅਕਾਲੀਆਂ ਨੇ ਵੀ ਕਾਫੀ ਲੰਮਾ ਸਮਾਂ ਰਾਜ ਕਰਿਆ। ਹੁਣ ਤਾਂ ਮੈਨੂੰ ਲੱਗਦੀ ਆ ਵੀ ਇੱਕ ਨਵੀਂ ਪਾਰਟੀ ਦੀ ਸਰਕਾਰ ਆਈ ਕਿ ਉਹ ਤੋਂ ਕੀ ਉਮੀਦ ਕਰਦੇ? ਅਸੀਂ ਉਮੀਦ ਕਰਦੇ ਹਾਂ ਵੀ ਇਹ ਕਲੋਨੀ ਹੈ ਜਿਹੜੀ ਸਾਡਾ, ਮੈਂ ਤਾਂ ਬਾਹਲਾ ਹੀ ਜ਼ਿਆਦਾ ਕਰੂੰਗਾ
ਵੀ ਦੇਖੋ ਸਕੂਲ ਸਾਡਾ ਬਹੁਤ ਡਿਵੈਲਪਮੈਂਟ ਹੋ ਰਹੀ ਹੈ ਉਹਦੇ 'ਚ, ਚਾਹੇ ਸਾਡੇ ਬਾਹਰੋਂ NIR ਭਾਈ ਆ ਕੇ ਉਹਨਾਂ ਨੇ ਬਹੁਤ ਬੜਾ ਯੋਗਦਾਨ ਪਾਇਆ, ਸਮਾਜ ਸੇਵੀ ਹੈ, ਜਿਹਦਾ ਜਿੰਨੀ ਕਿ ਉਹਦੀ ਪ੍ਰਸ਼ੰਸਾ ਹੋ ਸਕੇ ਥੋੜ੍ਹੀ ਹੈ। ਸਰਦਾਰ ਨਵਦੀਪ ਸਿੰਘ ਜੀ ਸੋਨੂ USA, ਜੋ ਕਿ ਜੰਮਪਲ ਤਾਂ ਭਾਵੇਂ ਉਹ ਖੰਨੇ ਉਹਨਾਂ ਦੀ ਹੈਗੇ ਆ, ਪਰ ਉਹ ਇਹਦੇ ਮਾਜਰੀ ਨਾਨਕੇ ਆ। ਪਰ ਮੈਂ ਕਹੂੰਗਾ ਜਿਹੜਾ ਸਾਡਾ ਹਸਪਤਾਲ ਹੈ, ਮੇਰੀ ਇਹ ਪਹਿਲਾਂ ਤੋਂ ਹੀ ਡਿਮਾਂਡ ਰਹੀ ਹੈ, ਜਦੋਂ ਕੋਈ MLA ਆਉਂਦਾ ਜਾਂ ਕੋਈ ਹੋਰ ਬੰਦਾ ਅਫਸਰ ਆਉਂਦਾ, ਮੈਂ ਤਾਂ ਕਹੂੰ ਪਹਿਲਾਂ ਤਾਂ ਇੱਥੇ ਯਾਰ ਮੈਂ ਕਚਹਿਰੀ ਲੱਗਦੀ ਦੇਖੀ ਹੈ, SDM ਸਾਹਿਬ ਤਹਿਸੀਲਦਾਰ ਸਾਹਿਬ ਇੱਥੇ ਇੰਤਕਾਲ ਕਰਦੇ ਹੁੰਦੇ ਸੀ, ਰਜਿਸਟਰੀਆਂ ਕਰਦੇ ਹੋਏ ਇੱਥੇ ਬਰੋਟੇ ਥੱਲੇ ਬੈਠ ਕੇ। ਇਹ ਬਿਲਡਿੰਗਾਂ ਦੀ ਇਹ ਸਾਰੀ 4 ਦੀਵਾਰੀ ਹੁੰਦੀ ਸੀ, ਜਾਲੀਆਂ ਲੱਗੇ, ਗੇਟ ਲੱਗੇ ਹੁੰਦੇ ਸੀ। ਮੈਂ ਹੁਣ ਮੰਗੇ ਕਰਦਾ ਸਰਕਾਰ ਤੋਂ, ਮੌਜੂਦਾ ਤੋਂ, ਵੀ ਉਸੇ ਤਰ੍ਹਾਂ ਮੁੜ ਕੇ ਇਹ ਸਾਡੀ ਕਲੋਨੀ ਡਿਵੈਲਪਮੈਂਟ ਹੋਵੇ। 15 ਘੱਟੋ ਘੱਟ 15 ਬੈੱਡਾਂ ਦਾ, ਵੈਸੇ ਤਾਂ ਮੈਂ 25 ਬੈੱਡਾਂ ਦੀ ਮੰਗ ਕਰੂੰਗਾ, ਜੇ 25 ਦਾ ਨਹੀਂ ਹੋ ਸਕਦਾ ਤਾਂ ਸਾਨੂੰ 15 ਬੈੱਡਾਂ ਦਾ ਹਸਪੀਟਲ ਮਨਜ਼ੂਰ ਹੋਣਾ ਚਾਹੀਦਾ। ਸੋ ਇਹ ਸਨ ਪਿੰਡ ਦੇ ਲੋਕ ਜਿਨ੍ਹਾਂ ਦਾ ਕਹਿਣਾ ਹੈ ਕਿ ਜਿਹੜੀ ਇਹ ਕਲੋਨੀ, ਜਿਹੜੇ ਇੱਥੇ ਕਲੋਨੀ ਸੁੱਖ ਸਹੂਲਤਾਂ ਮਿਲਦੀਆਂ ਸੀਗੀਆਂ, ਉਹਦੇ ਸਰਕਾਰ ਦੇ ਨਾਲ ਦੋਨੇ ਪਿੰਡਾਂ ਦੀ ਖਿੱਚੋਤਾਣ ਵੀ ਇਹਦਾ ਖੰਡਰ ਹੋਣ ਦਾ ਕਾਰਨ ਬਣੀਆਂ। ਸੋ ਸਾਰੇ ਲੋਕਾਂ ਦਾ ਕਹਿਣਾ ਕਿ ਸਾਰੇ ਹੀ ਜਿਹੜੇ ਇਲਾਕਾ ਵਾਸੀਆਂ ਨੂੰ ਹੰਬਲਾ ਮਾਰ ਕੇ ਸਰਕਾਰ ਤੱਕ ਇਹ ਗੱਲ ਪਹੁੰਚਾ ਕੇ ਡਿਮਾਂਡ ਕਰਨੀ ਚਾਹੀਦੀ ਹੈ ਤੇ ਸਰਕਾਰ ਤੇ ਦਬਾਅ ਪਾਉਣਾ ਚਾਹੀਦਾ ਕਿ ਵੀ ਜਿਹੜੀਆਂ ਇੱਥੇ ਪਹਿਲਾਂ ਸਹੂਲਤਾਂ ਮਿਲਦੀਆਂ ਸੀ ਉਹ ਮਿਲਣੀਆਂ ਚਾਹੀਦੀਆਂ ਨੇ, ਕਿਉਂਕਿ ਨਾ ਇੱਥੇ ਹਸਪਤਾਲ ਆ, ਨਾ ਕੋਈ ਡੰਗਰਾਂ ਦਾ ਕੋਈ ਨੇੜੇ ਤੇੜੇ ਹਸਪਤਾਲ ਆ, ਨਾ ਕੋਈ ਮਤਲਬ ਕਿ ਕਿਸਾਨਾਂ ਨੂੰ ਆਪਣੀ ਜਿਣਸ ਵੇਚਣ ਵਾਸਤੇ ਕੋਈ ਨੇੜੇ ਤੇੜੇ ਜਗ੍ਹਾ ਉਹਨਾਂ ਨੂੰ ਦੂਰ ਦਰਾਡੇ ਜਾਣਾ ਪੈਂਦਾ। ਇਸ ਲਈ ਜਿਹੜਾ ਸਰਕਾਰ ਨੂੰ ਇਸ ਮਾਮਲੇ ਵੱਲ ਗੌਰ ਕਰਨੀ ਚਾਹੀਦੀ ਹੈ। ਕੈਮਰਾਮੈਨ ਸੂਰਜ ਦੇ ਨਾਲ ਰਣਜੋਤ ਸਿੰਘ, ਵਿਜ਼ਨ ਪੰਜਾਬ TV, ਹਰ ਕਦਮ ਤੁਹਾਡੇ ਨਾਲ।